श्री वाहिगुरु। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चकर चिहन यार बरन जात यार पात नहन जेह। रूप रंग यार रेख पेख को कह न सकत केह। अचल मूरत अनपहो प्रकाश। अमितोज कह जय। कोट इंद्र इंद्राण साहे साहान गण जय। तरे पवन महीप सुर नर असुर। नेत नेत बन तृण कहत। तब सर्ब नाम कथै कवन। कर्म नाम बरत सुमत। तू ठाकरो बैरागरो। मैं जही कण चेरी राम। तू सागरो रतनागरो। हो सार न जाना तेरी राम। सार न जाना तू वडदाना। कर मेहरमत साईं। कृपा कीजै सामत दीजै। आठ पहर तुद ध्याई। गर्भ ना कीजै। अरेण होवीजै। तांगत जियरे तेरी। सब ऊपर नानक का ठाकुर। मैं जही कण चेरी राम। हम अवगुण परे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत। एक उत्तम पंथ सुन्यो गुर संगत। ते मिलंत जम त्रास मिटाई। एक अरदास पाठ कीरत की। गुर रामदास राखो। सुकहो टल गुर सेविय। अहनस सहज दर्शन परस गुरु का। जन्म मरण दुख होवै सिफत खसम्मदि। दूर अर सोह कुर सोह तुद डिठे सच्चे पातशाह। मल जन्म जन्म दे कटिया। सज्जन सच्चा पात साहो। सिर साहादे जिस पास बैठिया सोहिया। सबना दावे साहो। सतनाम
ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਭਏ। ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਏ। ਜਿਨ ਕੀਏ ਤਿਸਹਿ ਨਾ ਚੇਤਹਿ ਬਪੜੇ, ਹਰ ਗੁਰਮੁਖ ਸੋਜੀ ਪਾਏ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕਉ ਜਨਮ ਮਰਨ ਦੁਖ ਭਾਰੇ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹੋਂ ਬਲਿਹਾਰੇ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई। गुरु का खास रूप गुरु खालसा साध संगत जियो तंता दे पात्र हो। अमृत वेले तो सतगुरु नौवें पातशाह दे पावन पवित्र सचखंड दरबार अंदर हाजरियां भर के एकत्र हो के दिन ते दुनिया दे मालक सतगुरु श्री गुरु ग्रंथ साहिब जी दे दर्शन परस रहे हो। नौवें गुरुदेव वैराग त्याग ते अनुराग दी मूरत धन धन श्री गुरु तेग बहादुर साहिब जी महाराज जी दियां बख्शिशां सतगुरां दियां खुशियां प्राप्त कर रहे हो। बिना सतगुरां दी दया तो बिना सतगुरां दी कृपा तो ना सतगुरां दे दर्शन हुंदे है ना गुरु की संगत हुंदी है। जिस दिन दर्शन हो जान जिस दिन गुरु की संगत करने दा सुभाग प्राप्त हो जाए जान लेना कि उस दिन सतगुरां ने साडे ते कृपा दृष्टि कीती है। ये गुरु दी कृपा दी निशानी है, गुरु साहब जी दी दया दा संकेत है। आसा जी दी वार दे शब्द कीर्तन रागी सिंघां दी रसना तो आप जी ने सरवण कीते हन।
ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਸੂਹੀ ਰਾਗ ਹੈ। ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਜਿਨ੍ਹਾਂ ਦੇ ਅੰਦਰ ਮੇਰਾ ਸੁਆਮੀ ਵਸਦਾ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ, ਜਿਨ੍ਹਾਂ ਦੇ ਦਿਲਾਂ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਹੈ। ਜਦੋਂ ਨਿਰੰਕਾਰ ਦੀ ਯਾਦ ਆਉਣ ਲੱਗ ਪਵੇ ਤਾਂ ਸਮਝ ਲਓ ਨਿਰੰਕਾਰ ਹਿਰਦੇ 'ਚ ਵਸਿਆ ਹੈ। ਉਹਦੀ ਯਾਦ ਹੀ ਹਿਰਦੇ ਵਿੱਚ ਵਸਣਾ ਹੈ। ਉਹਦਾ ਸਿਮਰਨ ਹੀ ਹੈ ਜਿਹੜਾ ਹਿਰਦੇ ਵਿੱਚ ਵਸਦਾ ਹੈ ਤਾਂ ਪਹਿਲਾਂ ਹੀ ਸੀ ਅੰਦਰ। ਉਹਦੀ ਚੇਤਨਾ ਤਾਂ ਪਹਿਲਾਂ ਹੀ ਮੌਜੂਦ ਸੀ, ਪਰ ਉਹ ਭੁੱਲਿਆ ਹੋਇਆ ਸੀ। ਜਦੋਂ ਸਿਮਰਤੀ ਵਿੱਚ ਆ ਗਿਆ, ਸਿਮਰਨ ਵਿੱਚ ਆ ਗਿਆ, ਯਾਦ ਵਿੱਚ ਆ ਗਿਆ, ਤਾਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਉਹ ਹਿਰਦੇ 'ਚ ਵਸਣ ਲੱਗ ਪਿਆ। ਤੋ ਜਿਨ੍ਹਾਂ ਦੇ ਅੰਦਰ ਮੇਰਾ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ, ਸਤਿਗੁਰੂ ਜੀ ਕਹਿੰਦੇ ਤਿਨਾਂ ਦੇ ਸਾਰੇ ਰੋਗ ਸਤਿਗੁਰੂ ਜੀ ਦਇਆ ਕਰਕੇ ਹਰੀ ਜੀ ਦਾ ਸਿਮਰਨ ਤਿਨਾਂ ਦੇ ਸਾਰੇ ਰੋਗ ਗਵਾ ਦਿੰਦਾ, ਦੂਰ ਕਰ ਦਿੰਦਾ। ਜਿਸ ਵਕਤ ਵੈਦ ਹਰਦਾਸ ਨੂੰ ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਨੇ ਤਾਂ ਸਾਹਿਬ ਜੀ ਫਰਮਾਉਂਦੇ ਹੈ ਕਿ ਵੈਦ ਜੀ, ਜਿਹੜੇ ਰੋਗ ਤੁਹਾਡੇ ਅੰਦਰ ਆਪਣੇ ਆਪੇ ਨੂੰ ਲੱਗੇ ਹੋਏ ਨੇ, ਉਹਨਾਂ ਰੋਗਾਂ ਬਾਰੇ ਜਾਣੋ, ਉਹਨਾਂ ਰੋਗਾਂ ਨੂੰ ਪਛਾਣੋ। ਕਿਤਨੇ ਰੋਗ ਨੇ ਜਿਹੜੇ ਵਿਆਪ ਰਹੇ ਨੇ ਮਨੁੱਖ ਨੂੰ। ਜਦੋਂ ਕਿਸੇ ਦਾ ਐਸ਼ਵਰਜ, ਕਿਸੇ ਦਾ ਪ੍ਰਤਾਪ, ਕਿਸੇ ਦੀ ਸੋਭਾ, ਕਿਸੇ ਦਾ ਗੁਣ ਵੇਖ ਕੇ ਆਪਣੇ ਹਿਰਦੇ ਵਿੱਚ ਬਰਦਾਸ਼ਤ ਨਾ ਹੋ ਰਿਹਾ ਹੋਵੇ ਤਾਂ ਸਮਝ ਲਓ ਉਸ ਮਨੁੱਖ ਨੂੰ ਬੁਖਾਰ ਦਾ ਰੋਗ ਚੜਿਆ ਹੋਇਆ, ਤਾਪ ਚੜਿਆ ਹੋਇਆ। ਔਰ ਇਸ ਤਾਪ ਦੇ ਰੋਗ ਦੀ ਨਿਵਰਤੀ ਦੇ ਲਈ ਜਿਹੜਾ ਚੂਰਨ ਹੈ, ਔਸ਼ਧੀ ਹੈ, ਉਹ ਇਹ ਹੈ ਕਿ ਹੇ ਵਾਹਿਗੁਰੂ, ਤੂੰ ਦਾਤਾ ਹੈ ਔਰ ਤੇਰੀ ਜੋਤ ਇਹਨਾਂ ਸਾਰਿਆਂ ਵਿੱਚ ਵਿਆਪਕ ਹੈ। ਜਦੋਂ ਇਹ ਵੇਖ ਲਵਾਂਗੇ ਕਿ ਉਸੇ ਦੀ ਜੋਤ ਸਾਰਿਆਂ ਵਿੱਚ ਵਿਆਪਕ ਹੈ, ਉਹਦੀ ਜੋਤ ਸਾਰਿਆਂ ਵਿੱਚ ਵਸਦੀ ਹੈ, ਤਾਂ ਉਸ ਵਕਤ ਕਿਸੇ ਨਾਲ ਈਰਖਾ ਨਹੀਂ ਹੋਵੇਗੀ, ਕਿਸੇ ਨਾਲ ਦਵੈਸ਼ ਨਹੀਂ ਹੋਵੇਗੀ। ਫਿਰ ਦਵੈਸ਼ ਕਰਨੀ ਕਿਹਦੇ ਨਾਲ ਜਦੋਂ ਸਾਰਿਆਂ ਵਿੱਚ ਵਾਸੀ ਹੋ ਰਿਹਾ? ਇਹ ਔਸ਼ਧੀ ਹੈ, ਇਹ ਦਵਾਈ ਹੈ। ਸਾਹਿਬ ਕਹਿੰਦੇ ਇੱਕ ਰੋਗ ਹੈ ਮਨੁੱਖ ਨੂੰ ਲੱਗਾ ਹੋਇਆ, ਉਲਟੀ ਦਾ ਰੋਗ। ਕਿਵੇਂ ਕਿਸੇ ਨੂੰ ਉਲਟੀਆਂ ਲੱਗ ਜਾਣ, ਉਹ ਰੋਗ ਹੈ ਨਿੰਦਾ। ਕਿਸੇ ਦੀ ਵੀ ਨਿੰਦਾ ਕਰਨੀ ਵਮਨ ਰੋਗ ਹੈ, ਉਲਟੀ ਦਾ ਰੋਗ ਹੈ। ਜਿਵੇਂ ਉਲਟੀ ਵਿੱਚ ਗੰਦਗੀ ਨਿਕਲਦੀ ਹੈ ਪੇਟ ਦੀ, ਤੈਸੇ ਉਹ ਗੰਦਗੀ ਹੈ ਜਦੋਂ ਅਸੀਂ ਆਪਣੀ ਰਸਨਾ ਦੁਆਰਾ ਕਿਸੇ ਦੀ ਨਿੰਦਾ ਕਰਦੇ। ਇਹ ਵਮਨ ਰੋਗ ਹੈ, ਇਹ ਉਲਟੀ ਦਾ ਰੋਗ ਹੈ। ਇਸ ਉਲਟੀ ਦੇ ਰੋਗ ਵਾਸਤੇ ਵੀ ਇੱਕ ਦਵਾਈ ਹੈ, ਚੂਰਨ ਹੈ। ਉਹ ਕਿਹੜਾ? ਜਦੋਂ ਇਹ ਜਾਣ ਲੈਣਾ
ਕਿ ਮੇਰੇ ਤੋਂ ਸਾਰੇ ਭਲੇ ਨੇ, ਮੈਂ ਸਭ ਤੋਂ ਬੁਰਾ ਹਾਂ। ਜਦੋਂ ਆਪਣੇ ਆਪ ਨੂੰ ਸਭ ਤੋਂ ਬੁਰਾ ਇਹ ਬਿਰਤੀ ਬਣਾ ਲੈਣੀ ਕਿ ਮੇਰੇ ਤੋਂ ਸਭ ਚੰਗੇ, ਮੇਰੇ ਤੋਂ ਸਭ ਭਲੇ ਨੇ, ਇੱਦਾਂ ਦੀ ਬਿਰਤੀ ਬਣਾਉਣ ਨਾਲ ਇਹ ਜਿਹੜਾ ਵਮਨ ਰੋਗ ਹੈ, ਨਿੰਦਾ ਦਾ, ਉਲਟੀ ਦਾ ਰੋਗ ਹੈ, ਇਹ ਚਲਾ ਜਾਂਦਾ, ਨਿਰਵਿਰਤ ਹੋ ਜਾਂਦਾ। ਹਿਰਦੇ ਵਿੱਚ ਆਪਣੇ ਐਸ਼ਵਰਜ, ਆਪਣੇ ਮਾਣ, ਆਪਣੀ ਸੰਪਦਾ, ਇਹਦਾ ਅਭਿਮਾਨ ਪੈਦਾ ਹੋ ਜਾਣਾ, ਇਹਦਾ ਹੰਕਾਰ ਪੈਦਾ ਹੋ ਜਾਣਾ। ਗੁਰੂ ਨਾਨਕ ਸਾਹਿਬ ਕਹਿੰਦੇ, ਵੈਦ ਹਰਦਾਸ ਜੀ, ਇਹ ਖੰਘ ਦਾ ਰੋਗ ਹੈ, ਖਾਂਸੀ ਦਾ ਰੋਗ ਲੱਗਾ ਹੋਇਆ ਮਨੁੱਖ ਨੂੰ। ਖਾਂਸੀ ਦੇ ਇੱਕ ਰੋਗ ਦੀ ਨਿਰਵਿਰਤੀ ਲਈ ਆਯੁਰਵੈਦ ਦੇ ਵਿੱਚ ਚਟਣੀ ਦਿੱਤੀ ਜਾਂਦੀ ਹੈ, ਜਿਹਨੂੰ ਚੱਟੀ ਦਾ ਹੈ ਸ਼ਹਿਦ ਆਦਿਕ ਵਿੱਚ ਮਿਲਾ ਕੇ, ਤਾਂ ਖਾਂਸੀ ਠੀਕ ਹੁੰਦੀ ਹੈ। ਇਹ ਜਿਹੜੀ ਖਾਂਸੀ ਲੱਗੀ ਹੋਈ ਹੈ ਮਨੁੱਖ ਨੂੰ, ਆਪਣੇ ਐਸ਼ਵਰਜ, ਆਪਣੇ ਗੁਣ, ਆਪਣੀ ਸੰਪਦਾ ਦਾ ਮਾਣ ਹਿਰਦੇ 'ਚ ਰੱਖਣਾ, ਇਹ ਖਾਂਸੀ ਦਾ ਰੋਗ ਹੈ। ਇਸ ਖਾਂਸੀ ਦੇ ਰੋਗ ਦੀ ਨਿਰਵਿਰਤੀ ਦਾ ਇੱਕੋ ਇੱਕ ਚਟਣੀ ਹੈ, ਉਹ ਹੈ ਕਿ ਸਭ ਕੁਝ ਝੂਠ ਹੈ, ਬਿਨਸ ਜਾਣ ਵਾਲਾ ਹੈ, ਸੁਪਨੇ ਦੀ ਨਿਆਈ ਹੈ। ਸੁਪਨੇ ਵਿੱਚ ਮਿਲੀ ਹੋਈ ਵਸਤੂ ਦਾ ਕੀ ਮਾਣ ਕਰਨਾ ਤੇ ਕੀ ਗੁਰੂਰ ਕਰਨਾ। ਸੁਪਨੇ ਵਿੱਚ ਪਏ ਹੋਈਏ, ਸੁਪਨੇ ਵਿੱਚ ਸਾਨੂੰ ਸੋਨੇ ਦਾ ਮਹਿਲ ਮਿਲ ਜਾਏ, ਸੁਪਨੇ ਵਿੱਚ ਅਸੀਂ ਕਿਸੇ ਰਾਜ ਗੱਦੀ ਤੇ ਬੈਠ ਜਾਈਏ, ਸੁਪਨੇ ਵਿੱਚ ਸਾਨੂੰ ਕੋਈ ਬਹੁਤ ਕੀਮਤੀ ਵਸਤੂ ਮਿਲ ਜਾਏ, ਉਹਦਾ ਕਦੇ ਅਸੀਂ ਮਾਣ ਕਰਦੇ ਹਾਂ ਵੀ ਮੈਨੂੰ ਇਹ ਸੁਪਨੇ 'ਚ ਵਸਤੂ ਮਿਲੀ ਹੈ, ਮੈਂ ਇਹਦਾ ਮਾਲਕ ਹਾਂ। ਸਾਹਿਬ ਕਹਿੰਦੇ ਇਹ ਸਾਰਾ ਜਗਤ ਵੀ ਇੱਕ ਸੁਪਨਾ ਹੈ। ਸੁਪਨੇ ਦੇ ਮਨਿੰਦ ਇਸ ਜਗਤ ਦੀਆਂ ਵਸਤੂਆਂ ਵੀ ਸਾਰੀਆਂ ਨਸ਼ਵਰ ਨੇ, ਨਾਸ਼ਵਾਨ ਨੇ। ਜੋ ਤੈਨੂੰ ਸੁਪਨੇ ਮਾਤਰ ਮਿਲ ਵੀ ਰਹੀਆਂ ਨੇ ਤੇ ਫਿਰ ਉਹਦਾ ਮਾਣ ਕਾਹਦਾ ਕਰਨਾ ਹੋਇਆ, ਉਹਦਾ ਗੁਰੂਰ ਕਾਹਦਾ ਕਰਨਾ ਹੋਇਆ। ਕਹਿੰਦੇ ਇਹ ਚਟਣੀ ਹੈ ਜਿਹਦੇ ਨਾਲ ਇਹ ਖਾਂਸੀ ਦੇ ਰੋਗ ਦੀ ਨਿਰਵਿਰਤੀ ਹੁੰਦੀ ਹੈ। ਐਸੇ ਕਿਤਨੇ ਹੀ ਰੋਗ ਨੇ ਜੋ ਇਸ ਮਨੁੱਖ ਨੂੰ ਵਿਆਪਦੇ ਹਨ, ਇਸ ਜੀਵ ਨੂੰ ਵਿਆਪਦੇ ਹਨ। ਪਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਦਾ ਚਿੰਤਨ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਨਿਰੰਕਾਰ ਪਰਮੇਸ਼ਰ ਦੀ ਯਾਦ ਹੈ, ਮਹਾਰਾਜ ਜੀ ਕਹਿੰਦੇ ਤਿਨਾਂ ਦੇ ਇਹ ਸਾਰੇ ਰੋਗ ਦੂਰ ਹੋ ਜਾਂਦੇ ਨੇ, ਤਿਨਾਂ ਦੇ ਸਾਰੇ ਰੋਗਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਉਹ ਨਰ ਮੁਕਤ ਹੋ ਗਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਧਿਆਇਆ ਹੈ ਹਰੀ ਦੇ ਨਾਮ ਨੂੰ, ਉਹ ਮੁਕਤ ਹੋ ਗਏ। ਮੁਕਤ ਦਾ ਮਤਲਬ ਹੁੰਦਾ ਵੀ ਬੰਧਨ ਮੁਕਤ ਹੋ ਗਏ। ਤੇ ਇਹਨਾਂ ਨੂੰ ਫਿਰ ਕਿਸੇ ਤਰ੍ਹਾਂ ਦਾ ਬੰਧਨ ਨਹੀਂ ਰਹਿ ਜਾਂਦਾ। ਜਿਹੜਾ ਨਾਮ ਦੀ ਸਾਧਨਾ ਕਰਨ ਵਾਲਾ ਹੈ ਨਾ, ਉਹ ਕਿਸੇ ਬੰਧਨ 'ਚ ਨਹੀਂ ਹੁੰਦਾ। ਉਹਨੂੰ ਇਹ ਬੰਧਨ ਨਹੀਂ ਹੁੰਦਾ ਵੀ ਲੋਕ ਕੀ ਆਖਣਗੇ, ਦੁਨੀਆ ਕੀ ਕਹਿੰਦੀ ਹੈ। ਜਿਹਨੂੰ ਆਪਾਂ ਲੋਕ ਲਾਜ ਕਹਿੰਦੇ, ਜਿਹੜਾ ਇਹ ਲੋਕ ਲਾਜ ਦਾ ਬੰਧਨ ਹੈ ਨਾ, ਇਹ ਬੜਾ ਮਜ਼ਬੂਤ ਹੈ। ਬੰਦੇ ਇਸ ਲੋਕ ਲਾਜ ਦੇ ਬੰਧਨ ਵਸ ਹੋ ਕੇ ਬਹੁਤ ਕੁਝ ਐਸਾ ਕਰਦੇ ਨੇ ਜੋ ਕਰਨ ਲਈ ਇਹਨਾਂ ਦਾ ਮਨ ਨਹੀਂ ਮੰਨਦਾ, ਪਰ ਲੋਕਾਂ ਦੀ ਲਾਜ ਵਸ ਹੋ ਕੇ ਕਰਦੇ। ਆਪਣੀ ਰੂਹ ਨਹੀਂ ਮੰਨਦੀ ਵੀ ਇਹ ਕਰੀਏ, ਪਰ ਜੇ ਨਾ ਕਰੀਏ ਤੇ ਦੁਨੀਆ ਕੀ ਕਹੇਗੀ, ਲੋਕ ਕੀ ਆਖਣਗੇ, ਉਹਦੇ ਵਸ ਹੋ ਕੇ ਕਰਦੇ। ਕਿੱਡਾ ਵੱਡਾ ਬੰਧਨ ਹੈ। ਮੇਰਾ ਮਨ ਨਾ ਮੰਨਦਾ ਹੋਵੇ ਵੀ ਮੈਂ ਆਹ ਕੰਮ ਕਰਾਂ, ਪਰ ਮੈਂ ਇਸ ਕਰਕੇ ਕਰ ਰਿਹਾ ਵੀ ਮੇਰੇ ਗੁਆਂਢੀ ਵੇਖ ਰਹੇ ਨੇ, ਜੇ ਮੈਂ ਨਾ ਕਰਾਂਗਾ ਤੇ ਉਹ ਕੀ ਆਖਣਗੇ, ਇਹ ਲੋਕ ਕੀ ਆਖਣਗੇ, ਇਹ ਸਮਾਜ ਕੀ ਕਹੇਗਾ। ਕਿੰਨਾ ਵੱਡਾ ਬੰਧਨ ਹੈ। ਨਾਮ ਜਪਣ ਵਾਲਾ ਗੁਰਮੁਖ ਸਭ ਤੋਂ ਪਹਿਲਾਂ ਇਸ ਬੰਧਨ ਤੋਂ ਮੁਕਤ ਹੁੰਦਾ ਹੈ। ਲੋਕ ਕੀ ਕਹਿੰਦੇ ਨੇ, ਦੁਨੀਆ ਕੀ ਆਖਦੀ ਹੈ,
ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਉਹ ਕਹਿੰਦਾ, ਹੇ ਪ੍ਰਭੂ, ਮੈਂ ਤੇਰੀ ਭਗਤੀ ਨਹੀਂ ਛੱਡਣੀ, ਭਾਵੇਂ ਦੁਨੀਆ ਹੱਸੇ, ਲੋਕ ਹੱਸਣ, मैं तेरा सिमरन नहीं छड़ना। तो ऐसे कितने ही बंधन ने जो इस मनुख नूं पए हुए ने। तो निरंकार दे नाम दी आराधना करन वाले गुरमुखां दे सारे बंधन कट्टे जांदे ने, तिन्हां दे सारे बंधनां दी निर्वृत्ति हो जाती है। इस करके साहिब जी फरमा रहे ने, ते मुक्त भए जिन हर नाम ध्याया। जिन्हां जिन्हां ने भी हरि दा नाम ध्याया वो मुक्त हो गए हैं। फिर अगे फरमाउंदे आ, तिन पवित्र परम पद पाए, वो पवित्र हो जाते हैं। और तिन्हां नूं परम पदवी की प्राप्ति हो जाती। परम पदवी जिहड़ी सब तो उत्तम पदवी है, जो कबीर जी जैसे महापुरुषां नूं प्राप्त हुई है, रविदास जी जैसे महापुरुषां नूं प्राप्त हुई है, ऐसी पवित्र ते परम पदवी तिन्हां नाम जपण वालियां नूं प्राप्त हो जाती है। मेरे राम हर जन आरोग पए। हे मेरे राम, जिहड़े हरि दे जन ने वो अरोग हो गए ने। अरोग, रोगां तो रहत हो गए ने। तिन्हां दे सारे रोग सोग तिन्हां तो दूर हो गए ने। जो हरि दे जन हन वो हरि ने अरोग कर दिते हन। गुरबचनी जिना जपिया मेरा हर हर, तिनके होमै रोग गए। गुरु दे बचना नाल जिन्हां ने मेरे हरि प्रभु परमेश्वर दे जाप नूं जपिया। गुरबचनी जिन्हां जपिया मेरा हर हर। गुरु दे बचना द्वारा जिहड़े मेरे हरि दे जाप नूं जपदे ने, तिनके होमै रोग गए। तिन्हां दे ਜਿਹੜੇ ਹਉਮੈ ਦੇ ਰੋਗ ਨੇ ਇਹ ਚਲੇ ਗਏ। ਸਭ ਤੋਂ ਵੱਡਾ ਰੋਗ ਹੀ ਹਉਮੈ ਦਾ ਹੈ। ਸਾਹਿਬ ਕਹਿੰਦੇ, ਨਾਮ ਜਪਣ ਵਾਲੇ ਗੁਰਮੁਖਾਂ ਦੇ ਹਉਮੈ ਦਾ ਰੋਗ ਤਿਨਾਂ ਦੇ ਹਿਰਦੇ ਚੋਂ ਨਿਰਵਿਰਤ ਹੋ ਗਿਆ। ਰਹਾਉ ਬ੍ਰਹਮਾ ਵਿਸ਼ਨ ਮਹਾਦੇਵ, ਤ੍ਰੈ ਗੁਣ ਰੋਗੀ विच होमै कार कमाई। कहते ब्रह्मा विष्णु महादेव तिना गुणा करके, रजो तमो सतो गुण करके, ये भी ना तिना गुणा च नहीं, वो भी हौमै विच कार कमाउंदे है। जदों ब्रह्मा जी पुराणक मत है, गुरु ग्रंथ साहब विच भी ओदी ਉਹਦਾ ਦ੍ਰਿਸ਼ਟਾਂਤ ਆਉਂਦਾ, ਉਦਾਹਰਣ ਆਉਂਦੀ ਹੈ। ਪੁਰਾਣਾ ਵਿੱਚ ਵੀ ਜ਼ਿਕਰ ਆਉਂਦਾ ਹੈ, ਸਨਾਤਨ ਧਰਮ ਦੇ ਸਾਹਿਤ ਵਿੱਚ, ਕਿ ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਚੋਂ ਪੈਦਾ ਹੋਏ ਤਾਂ ਉਹਨਾਂ ਨੂੰ ਹੰਕਾਰ ਹੋ ਗਿਆ ਵੀ ਮੈਂ ਹੀ ਮੈਂ ਹਾਂ। ਚਾਰੇ ਪਾਸੇ ਜਾਲੀ ਜਲ ਸੀ ਤੇ ਕਮਲ ਦੇ ਫੁੱਲ ਦੇ ਉੱਤੇ ਬੈਠੇ हंकार सी कि मैं ही हाँ, होर कोई है ही नहीं। आवाज आई, तू ही नहीं है, तू इस कमल दे फुल चों पैदा होया, ये तेरे तो भी पहला, इस कमल दे फुल चों उत्पन्न होया। ये सुन के ब्रह्मा जी ने हंकार विच उस कमल दे फुल नूं लत मारी ते आख्या, ये निका जिहा फुल मैं इहदे चों पैदा होया। लत मारी ते कमल दे फुल दी जिहड़ी नाल है थल्ले, ਉਹਦੇ ਵਿੱਚ ਧਸ गए। ज्यों थल्ले नूं गर्क हुंदे चले गए, थल्ले नूं जांदे जांदे कदे सिद्धे कदे पुट्ठे, उस नाल दे विच थल्ले नूं इन्ने थल्ले तक जाई जा रहे, उन नाल मुकदी नहीं पई। कहंदे कई जुग
ਉਸ ਨਾਲ ਦੇ ਵਿੱਚ ਗਰਕ ਹੁੰਦਿਆਂ 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 ਬੀਤ ਗਏ ਕਈ ਯੁੱਗ, ਪਰ ਉਹ ਨਾਲ ਮੁੱਕਣ ਦਾ ਨਾਂ ਨਹੀਂ ਲੈਂਦੀ। ਅਖੀਰ ਨੂੰ ਬ੍ਰਹਮਾ ਜੀ ਨੇ ਹੱਥ ਜੋੜੇ ਤੇ ਆਖਿਆ, ਭਗਵਾਨ ਮੈਨੂੰ ਇਸ ਵਿੱਚੋਂ ਬਾਹਰ ਕੱਢੋ। ਜਦੋਂ ਬਾਹਰ ਕੱਢਿਆ ਤੇ ਫਿਰ ਆਵਾਜ਼ ਆਈ, ਤਪ ਕਰ ਤਪ ਕਰ ਤਪ ਕਰ। 3 ਵਾਰ ਆਵਾਜ਼ ਆਈ, ਤਪ ਕਰੋ। ਸਾਧਨਾ ਕੀਤੀ ਪ੍ਰਮਾਤਮਾ ਦੀ, ਹੰਕਾਰ ਦੂਰ ਹੋਇਆ। ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਰਚਨ ਦੀ ਸ਼ਕਤੀ ਉਹਨਾਂ ਨੂੰ ਪ੍ਰਦਾਨ ਕੀਤੀ। ਇਹ ਪੁਰਾਣਕ ਮੱਤ ਹੈ। ਤੋ ਸਾਹਿਬ ਕਹਿੰਦੇ ਇਹਨਾਂ ਨੂੰ ਵੀ ਹਉਮੈ ਦਾ ਰੋਗ ਹੈ, ਜਿਹੜੇ ਤ੍ਰੈਗੁਣੀ ਦੇਵਤੇ ਨੇ। ਇਹ ਵੀ ਕਹਿੰਦੇ ਅਸੀਂ ਜਗਤ ਕਰਤੇ ਹਾਂ, ਅਸੀਂ ਸੰਸਾਰ ਨੂੰ ਬਣਾਇਆ ਹੈ। ਤੋ ਹਉਮੈ ਦਾ ਰੋਗ ਜਿਹੜਾ ਹੈ ਨਾ, ਇਹ ਬੜਾ ਭਿਆਨਕ ਹੈ। ਵਿੱਚ ਹਉਮੈ ਕਾਰ ਕਮਾਈ, ਹਉਮੈ ਦੇ ਵਿੱਚ ਜੀਵ ਆਪਣੇ ਕੰਮਾਂ ਨੂੰ ਕਰਮਾਂ ਨੂੰ ਕਮਾਉਂਦੇ ਹਨ। ਜਿਨ ਕੀਏ ਤਿਸੈ ਨਾ ਚੇਤੈ ਬਪੜੇ, ਹਰ ਗੁਰਮੁਖ ਸੋਜੀ ਪਾਈ। ਜਿਸ ਨੇ ਕੀਤੇ ਹਨ ਇਹ ਬਪੜੇ ਵਿਚਾਰੇ ਉਹਨੂੰ ਨਹੀਂ ਜਾਣਦੇ। ਉਹ ਤਾਂ ਵੇਖਦਾ ਇਹਨਾਂ ਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਆ, ਉਹ ਵੇਖਦਾ ਇਹਨਾਂ ਤਿੰਨਾਂ ਨੂੰ, ਪਰ ਇਹਨਾਂ ਤਿੰਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਆਖੋ ਸਤਿਨਾਮ ਸ੍ਰੀ ਅਕਾਲ। ਉਹ ਵੇਖੈ ਇਹਨਾਂ ਨਜ਼ਰ ਨਾ ਆਵੇ। ਉਹ ਤਾਂ ਵੇਖਦਾ ਪਰ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਜਿਸ ਨੇ ਕੀਤਾ ਤਿਸ ਨੂੰ ਯਾਦ ਨਹੀਂ ਕਰਦੇ, ਪਰ ਹਾਂ ਕੋਈ ਗੁਰਮੁਖ ਹੈ ਵਿਰਲਾ ਜਿਹਨੂੰ ਇਸ ਗੱਲ ਦੀ ਸੋਝੀ ਪਰਮੇਸ਼ਰ ਨੇ, ਗੁਰੂ ਨੇ ਪਾਈ ਹੈ। ਆਪਣੇ ਨਿਜ ਸਰੂਪ ਦਾ ਗਿਆਨ ਗੁਰੂ ਨੇ, ਸਤਿਗੁਰਾਂ ਨੇ ਦਇਆ ਕਰਕੇ ਕਿਸੇ ਵਿਰਲੇ ਗੁਰਮੁਖ ਨੂੰ ਦਿੱਤਾ। ਹਾਂਜੀ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਇਹ ਹਉਮੈ ਦਾ ਰੋਗ ਸਾਰੇ ਜਗਤ ਨੂੰ ਵਿਆਪਿਆ ਹੋਇਆ। ਇਤਨਾ ਭਿਆਨਕ ਹੈ ਕਿ ਇਸੇ ਹਉਮੈ ਦੇ ਰੋਗ ਕਰਕੇ ਹੀ ਜੀਵ ਜਨਮ ਤੇ ਮਰਨ ਦਾ ਦੁੱਖ ਸਹੇੜਦੇ ਨੇ। ਸਤਿਗੁਰੂ ਜੀ ਇੱਥੇ ਸਪਸ਼ਟ ਕਰਕੇ ਦੱਸਦੇ ਨੇ ਵੀ ਜਿਹੜਾ ਸਾਡਾ ਜਨਮ ਮਰਨ ਹੈ, ਇਹਦਾ ਕਾਰਨ ਕੀ ਹੈ। ਸਾਡੇ ਜਨਮ ਤੇ ਮਰਨ ਦਾ ਮੂਲਤଃ ਕਾਰਨ ਹੈ ਹਉਮੈ। ਜਦੋਂ ਤੱਕ ਹਉਮੈ ਰਹੇਗੀ ਉਦੋਂ ਤੱਕ ਜਨਮ ਤੇ ਮਰਨ ਵੀ ਰਹੇਗਾ। ਜਿਸ ਦਿਨ ਹਉਮੈ ਮਿਟ ਗਈ ਉਸ ਦਿਨ ਜਨਮ ਮਰਨ ਵੀ ਮਿਟ ਜਾਏਗਾ। ਜਦੋਂ ਅਸੀਂ ਕਹਿੰਦੇ ਹਾਂ ਮੈਂ ਕੀਤਾ, ਮੈਂ ਕਰਦਾ ਹਾਂ, ਮੈਂ ਕਰਾਂਗਾ, ਤੇ ਜਦੋਂ ਮੈਂ ਕਰਦੇ ਹੀ ਸਾਰੀ ਜ਼ਿੰਦਗੀ ਬੀਤੇਗੀ। ਉਸੇ ਮੈਂ ਦੇ ਵਿੱਚ ਹੀ ਸਰੀਰ ਤਿਆਗੇਗਾ, ਉਹੀ ਮੈਂ ਮੁੜ ਕੇ ਫੇਰ ਅਗਲਾ ਸਰੀਰ ਦੇ ਦੇਗੀ। ਮੈਂ ਫਿਰ ਨਹੀਂ ਮਿਕਣੀ, ਉਹ ਸਰੀਰ ਫਿਰ ਬਿਨਸ ਜਾਣਾ। ਉਸੇ ਮੈਂ ਵਿੱਚ ਦੂਸਰਾ ਸਰੀਰ ਵੀ ਬਿਨਸਿਆ, ਫਿਰ ਉਹਨੇ ਤੀਸਰੇ ਸਰੀਰ ਵਿੱਚ ਲੈ ਜਾਣਾ। ਏਦਾਂ ਹਉਮੈ ਕਰਕੇ ਹੀ ਜੀਵ ਜੰਮਦੇ ਤੇ ਮਰਦੇ ਹੈ। ਜਿਹੜਾ ਜਨਮ ਤੇ ਮਰਨ ਦਾ ਭਾਰਾ ਦੁੱਖ ਹੈ, ਵੱਡਾ ਦੁੱਖ ਹੈ, ਪਾਤਸ਼ਾਹ ਕਹਿੰਦੇ ਆ ਇਹ ਵੱਡਾ ਦੁੱਖ ਜੀਵ ਨੂੰ ਹਉਮੈ ਕਰਕੇ ਵਿਆਪ ਰਿਹਾ ਹੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਬਲਿਹਾਰੀ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੈ ਜਿਹੜਾ ਇਸ ਹਉਮੈ ਤੋਂ ਛੁੱਟ ਸਕੇ। ਕੋਈ ਵਿਰਲਾ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਵਰਤਦੀ ਹੈ ਤਾਂ ਉਹ ਇਸ ਹਉਮੈ ਤੋਂ ਛੁੱਟ ਜਾਂਦਾ ਹੈ। ਤੇ ਜਿਹੜਾ ਇਸ ਹਉਮੈ ਤੋਂ ਛੁੱਟ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਮੈਂ ਤਿਨਾਂ ਤੋਂ ਬਲਿਹਾਰ ਜਾਂਦਾ ਹਾਂ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਜਿਸ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਉਹੀ ਇਸ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਹੈ। ਔਰ ਤਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਰੂਪ ਹੈ
ਉਹ ਅਪਾਰੋ ਕਹੀਏ ਪਾਰਾਵਾਰ ਤੋਂ ਰਹਿਤ ਹੈ। ਉਹਦੇ ਸਵਰੂਪ ਦਾ ਨਾ ਕੋਈ ਉਰਾਰਲਾ ਕਿਨਾਰਾ ਨਾ ਪਾਰਲਾ ਹੈ, ਇਸ ਕਰਕੇ ਉਹ ਪਾਰਾਵਾਰ ਤੋਂ ਰਹਿਤ ਹੈ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਆਪ ਹੀ ਵੇਖਦਾ ਹੈ ਤੇ ਆਪ ਹੀ ਵਿਗਸਦਾ ਹੈ। ਔਰ ਜਿਹੜੇ ਗੁਰੂ ਕੇ ਪਿਆਰੇ, ਗੁਰੂ ਵੱਲ ਮੁਖ ਰੱਖਣ ਵਾਲੇ ਗੁਰਮੁਖ ਨੇ, ਉਹ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਿਚਾਰਦੇ ਨੇ। ਗੁਰਮੁਖ ਵਿਚਾਰ ਕਰ ਲੈਂਦੇ ਨੇ ਔਰ ਵਿਚਾਰ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ।